ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇਹੋ। ਭਿੱਜੋ ਸਿਜੋ ਕੰਬਲੀ ਅੱਲ੍ਹ ਬਰਸਹਿ ਮੇਹੋ ਜਾਏ ਮਿਲਾਂ ਤਿਨ ਨਾ ਟੁੱਟੈ ਨਾਹੀ ਨੇਹੋ। ਅੰਦਰ ਸਚਾ ਨੇਹੋ ਲਾਇਆ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਤੂੰ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸਚ ਸ਼ਾਹ ਬੰਦੀ ਮੋਚ। ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸਕਾ ਮੋਲ। ਪਾਕ ਪਰਬਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਦਸਤਗੀਰੀ ਦੇਹ ਦਿਲਾਵਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ। ਨਾਨਕ ਤੇਰੀ ਟੇਕ ਕਰਤਾਰ ਕੁਦਰਤ ਕਰਨ ਖਾਲਕ। ਨਾਨਕ ਤੇਰੀ ਟੇਕ। ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੈ ਬਿਖ। ਮਾਇਆ ਮੋਹ ਭਰਮ ਪੈ ਭੁਲੇ ਸੁਤ ਦਾਰਾ ਸਿਉ ਪ੍ਰੀਤ ਲਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ। ਸੋ ਕਉ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।
ਹੋਵੈ ਸਿਫਤ ਖਸਾਮ ਦੀ ਨੂਰ ਅਰਸੋ ਗੁਰਸੋ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮ ਕਲੀ ਮਹੱਲਾ ਨਾਵਾ ਤੇ ਪਦੇ ਰੇ ਮਨ ਓਟ ਲਿਹੋ ਹਰ ਨਾਮਾ ਜਾ ਕੈ ਸਿਮਰਨ ਨਾਸੈ ਪਾਵਹਿ ਪਦ ਨਿਰਵਾਨਾ ਰੇ ਮਨ ਓਟ ਲਿਹੋ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਵਾਨਾ ਰਹਾਉ। ਬੜ ਭਾਗੀ ਤਿਹ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਪੁਨ ਬੈਕੁੰਠ ਸਿਧਾਵੈ ਅਜਾਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ ਜਾ ਗਤ ਕੋ ਜੋਗੀਸਰ ਬਾਛਤ ਸੋ ਗਤ ਛਿਨ ਮਹਿ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਹਫ਼ਤਾਵਾਰੀ ਐਤਵਾਰ ਦੇ ਸਮਾਗਮਾਂ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਤੁਹਾਡਾ ਚੱਲਿਆ ਹੋਇਆ ਕਦਮ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਬਾਣੀ ਦੇ ਆਸਰੇ ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਨਾਲ ਸਤਿਗੁਰੂ ਪਿਆਰ ਬਖਸ਼ਿਸ਼ ਕਰਨ। ਸੋ ਸਤਿਗੁਰਾਂ ਦੇ ਪਾਵਨ ਅਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦਾ ਨਿਤਨੇਮ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ਼ਬਦ ਕੀਰਤਨ, ਸ਼੍ਰੀ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਸੋ ਆਓ ਗੁਰੂ ਸਵਾਰਿਓ, ਜੋ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਪਾਵਨ ਹੁਕਮਨਾਮਾ ਸਾਹਿਬ ਦੇ ਰੂਪ ਵਿੱਚੋਂ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਪਨਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮ ਕਲੀ ਮਹੱਲਾ ਨਾਵਾ ਤੇ ਪਦੇ। ਰਾਮ ਕਲੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ, ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਿਨ੍ਹਾਂ ਦੇ ਬਾਬਤ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਠੀਕਰ ਫੋਰ ਦਲੀਸ ਸਿਰ, ਪ੍ਰਭ ਰਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ, ਜੈ 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 ਸੁਰਲੋਕ। ਉਹ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੀ ਜੋਤ ਦੇ 9ਵੇਂ ਵਾਰਸ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 901 ਤੋਂ ਪ੍ਰਾਰੰਭ ਹੁੰਦਾ ਹੈ ਤੇ 902 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਤੇ ਪਦੇ ਤੋਂ ਭਾਵ 3 ਪਦਿਆਂ ਵਾਲਾ ਸ਼ਬਦ। ਪਹਿਲਾਂ ਵੀ ਦਾਸ ਨੇ ਕਈ ਵਾਰੀ ਬੇਨਤੀ ਕੀਤੀ ਹੈ, ਗੁਰਬਾਣੀ ਦੇ ਵਿੱਚ 1 ਪਦਾ, 2 ਪਦਾ, ਤੇ ਪਦਾ, 4 ਪਦੇ, ਚੌਪਦੀ ਜਿਹਨੂੰ ਆਪਾਂ ਕਹਿੰਦੇ ਚੌਪਦੇ, 5 ਪਦਾ। ਜਦੋਂ ਇਹ ਸ਼ਬਦ ਆਉਂਦੇ ਨੇ ਉਦੋਂ ਸਮਝ ਲੈਣਾ ਕਿ 1 ਪਦਾ ਪਰ 1 ਪੰਕਤੀ ਵਾਲਾ ਸ਼ਬਦ, ਇੱਕ ਪੰਕਤੀ। ਜੋ 2 ਪਦੇ 2 ਪਦੀਆਂ ਵਾਲਾ ਸ਼ਬਦ, ਤੇ ਪਦੇ 3 ਪਦੀਆਂ ਵਾਲਾ, ਚੌਪਦੇ 4, ਇਸ ਤਰ੍ਹਾਂ 5, ਫਿਰ 5 ਪਦਿਆਂ ਵਾਲਾ। ਤੋ ਸਤਿਗੁਰੂ ਇੱਥੇ ਤੇ ਪਦੇ 3 ਪਦਿਆਂ ਵਾਲਾ ਸ਼ਬਦ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ। ਸ਼ਬਦ ਪ੍ਰਾਰੰਭ ਕਰਨ ਤੋਂ ਪਹਿਲਾਂ ਪਾਤਸ਼ਾਹ ਜੀ ਮੰਗਲਾਚਰਨ ਕਰਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ।
परमात्मा एक है, ओंकार प्रकाश रूप है। ऐसा परमेश्वर किवें प्राप्त होंदा है? सतगुर प्रसाद। सतगुरां दी प्रसाद किरपा सदका, सतगुरां दी मेहर सदका ऐसा परमेश्वर प्राप्त हुंदा है। रे मन ओट लेहो हर नामा, जाकै सिमरन दुर्मत नासै, पावह पद निर्बाना। धन साहिब श्री गुरु तेग बहादुर साहब महाराज जी बख्शिश करते ने, मन के प्रथाए पावन वचन कर रहे हैं। रे मन, हे मन, ओट लेहो हरनामा, कि उस हरि दे जिहड़ा हरि परमात्मा है, वाहिगुरु है, उहदे नाम का ओट आसरा लेना कर। क्योंकि संसार विच आपां देखते हैं, आपां किसी न किसी दे आसरे खलोते हैं। एक बच्चे नूं अपने माता पिता का आसरा, भैन भरा नूं भैन नूं अपने भरा का आसरा। इसे तरह गुरु सवारिओ भाव कहण दा हर एक मनुख किसी न किसी के आसरे ते खलोता है। पर सतगुरु कहते ने कि जे तू आसरा तकना ही है, एक मालक का आसरा तक। जिवें सतगुरु जी वचन करते हैं कि तू मेरो मेर पार्वत स्वामी, ओट गही मैं तेरी, ना तुम डोलो ना हम गिरते, रख लीनी हर मेरी। अब तब जब कब तू ही हम तो प्रसाद सुखी सदे। इत्थे भी सतगुरु जी ने ओट की गल की है कि ओट गही मैं तेरी, वाहिगुरु मैं तेरी ओट पकड़ना की है, तेरी ओट लेना की है। इस तरह गुरु सवारिओ गुरु अर्जन देव महाराज के बचन ने सूही वाहिगुरु टोडी राग दे विच, टोडी राग विच सतगुरु जी बचन करते हैं कि सतगुर आयो शरण तुहारी, मिलै सूख नाम हर सोभा, चिंता लाहे हमारी, अवर न सूझै दूजी ठाहर, हार परियो तो द्वारी, लेखा छोड़ अलेखा छूट है, हम निर्गुण लेहो उबारी। सदबक सिंध सदा मेहरबाना, सबना दे आधारी, नानक दास संत पाछै परियो, राख लेहो एह बारी। इत्थे सतगुरु ने शरण की गल की है कि उस मालक की शरण तकनी, ओट आसरा तकना। तो सतगुरु कहते गुरु की शरण तको, गुरु पातशाह के चरणों इंज बेनती करो। जे सतगुरु की चरण च बेनती करांगे सारे सुख मिल जाणगे, नाम जप के शोभा वडियाई प्राप्त होवेगी, तो सारिया चिंतावां जीव दियां दूर हो सकदियां हन। इस करके रे मन ओट लेहो हरनामा, हे मन ओट लेहो हरनामा, उस मालक दे नाम का ओट आसरा लेना करो। जिवें आपां सतगुरु दे वचन पढ़दे हां, किस ही कोई कोय मांझ निमाणी एक तो। हे वाहिगुरु किसी नूं किसी का आसरा, किसी नूं किसी का आसरा है, पर मैनू निमाणी जिंद नूं मेरे मालक जी केवल तेरा ही आसरा है। इस करके मैनू अपने नाम का ओट आसरा देना करो, क्योंकि नाम जप के ही गुरु सर जीव का पार उतारा होना है। आप सतगुर के बचन पढ़ते हैं कि नामै ही ते सब किश होआ, बिन सतगुर नाम न जापै, गुर का शब्द महारस मीठा, बिन चाखे साध न जापै, कौडी बदले जन्म गवाया, चीन सनाही आपै। तो गुरु साहबान जी इत्थे प्रतख तौर पर दस रहे ने कि नाम जप के ही जीव तेरा भला होना है। पर यह नाम मिलता कित्थों है? बिन सतगुर नाम ना जापै, गुरु पातशाह तो बिना नाम जपिया नहीं। गुरु साहबान जी बख्शिश करते हैं तो अपने
ਸਿੱਖ ਨੂੰ, ਆਪਣੇ ਪਿਆਰਿਆਂ ਨੂੰ ਸਤਿਗੁਰੂ ਜੀ ਨਾਮ ਦੀ ਦਾਤ ਦਿੰਦੇ ਨੇ, ਜਿਸ ਨਾਮ ਨੂੰ ਪ੍ਰਾਪਤ ਕਰਕੇ ਫਿਰ ਗੁਰੂ ਦਾ ਸਿੱਖ ਪ੍ਰਭੂ ਦਾ ਪਿਆਰਾ ਨਾਮ ਜਪਦਾ ਅਤੇ ਪ੍ਰਭੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਗੁਰਬਾਣੀ ਵਿੱਚ ਆਪਾਂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਫਿਰ ਉਹ ਸਿੱਖ ਵੱਡੀਆਂ ਭਾਗਾਂ ਵਾਲਾ ਬਣ ਜਾਂਦਾ ਜਿਹਨੂੰ ਗੁਰੂ ਦੇ ਦਰ ਤੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਨਾਮ ਦੀ ਕਮਾਈ ਕਰਦਾ ਹੈ। ਫਿਰ ਉਸ ਗੁਰਸਿੱਖੜੇ ਨੂੰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬੜਾ ਸਤਿਕਾਰ ਦੇਣਾ ਕੀਤਾ ਹੈ। ਅਤੇ ਜਿਵੇਂ ਸਤਿਗੁਰ ਦੇ ਬਚਨ ਆਪਾਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਬਦ ਆਉਂਦਾ ਹੈ ਗੁਣਵੰਤੀ। ਗੁਣਵੰਤੀ ਸ਼ਬਦ ਵਿੱਚ ਸਤਿਗੁਰੂ ਜੀ ਨੇ ਜੋ ਸਿੱਖ ਦੀ ਮਹਿਮਾ ਵਡਿਆਈ ਨੂੰ ਬਿਆਨ ਕੀਤਾ ਹੈ। ਨਾਮ ਰਸੀਆ ਬੰਦਗੀ ਕਰਨ ਵਾਲਾ, ਅਤੇ ਸਤਿਗੁਰੂ ਇੰਨਾ ਸਤਿਕਾਰ ਦਿੰਦੇ ਨੇ। ਅੱਜ ਤੱਕ ਕਿਸੇ ਵੀ ਰਹਿਬਰ ਨੇ, ਕਿਸੇ ਪੀਰ ਫਕੀਰ ਨੇ, ਕਿਸੇ ਦੇਵੀ ਦੇਵਤੇ ਨੇ ਆਪਣੇ ਚੇਲੇ ਪਾਲਕੇ ਨੂੰ ਮਾਣ ਸਨਮਾਨ ਨਹੀਂ ਦੇਣਾ ਕੀਤਾ ਜਿੰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਦੇਣਾ ਕੀਤਾ। ਸਤਿਗੁਰੂ ਨੇ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ, ਸਿੱਖਾਂ ਨੂੰ ਸੰਬੋਧਨ ਕਰਕੇ ਬਚਨ ਕੀਤੇ ਨੇ। ਫਿਰ ਸਤਿਗੁਰੂ ਕਹਿੰਦੇ ਨੇ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ। ਸੋਈ ਦਸ ਉਪਦੇਸ਼ੜਾ ਮੇਰਾ ਮਨ ਅੰਤ ਨ ਕਾਹੂ ਜਾਏ ਜੀਓ, ਇਹ ਮਨ ਤੈ ਕੂ ਡੇਵਸਾ ਗੁਰ ਸੱਜਣ ਦੇ ਮਿਲਾਏ ਜੀਓ। ਕਿੰਨਾ ਸਤਿਕਾਰ ਦੇ ਰਹੇ ਨੇ ਕਿ ਮੈਨੂੰ ਕੋਈ ਗੁਰਸਿੱਖੜਾ ਮਿਲ ਜਾਵੇ, ਗੁਰੂ ਦਾ ਪਿਆਰਾ ਮਿਲ ਜਾਵੇ, ਅਤੇ ਉਹਦੇ ਨਿਉ ਨਿਉ ਕਿ ਮੈਂ ਲਾਗਾ ਪਾਏ ਜੀ ਉਹਦੇ ਚਰਨਾਂ 'ਚ ਲੱਗਾਂਗਾ, ਆਪਾਂ ਉਹਨੂੰ ਸਿੱਧਾ ਨਮਸਕਾਰ ਕਰਾਂਗਾ। ਅਤੇ ਇੰਨਾ ਮਾਣ ਸਨਮਾਨ ਨਾਮ ਜਪਣ ਵਾਲੇ ਦਾ ਹੁੰਦਾ ਸੰਸਾਰ ਦੇ। ਇਹ ਸੱਚ ਹੈ। ਜਿਸ ਨੇ ਸੰਸਾਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪਿਆ, ਗੁਰੂ ਦਾ ਓਟ ਆਸਰਾ ਤੱਕਿਆ, ਉਹ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਉਹਨਾਂ ਨੂੰ ਮਰਨ ਤੋਂ ਬਾਅਦ ਵੀ ਦੁਨੀਆ ਦੇ ਲੋਕ ਯਾਦ ਕਰਦੇ, ਉਹਨਾਂ ਨੂੰ ਸਜਦਾ ਕਰਦੇ, ਨਮਸਕਾਰਾਂ ਕਰਦੇ ਹਨ। ਕਿਉਂ ਕਰਦੇ ਨੇ? ਕਿਉਂਕਿ ਉਹ ਗੁਰੂ ਨੂੰ ਸਜਦਾ ਕਰਦਾ, ਉਹ ਪਰਮੇਸ਼ਰ ਨੂੰ ਸਜਦਾ ਕਰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ, ਹੇ ਰੇ ਮਨ, ਹੇ ਮਨਾ ਓਟ ਲੇਹੂ ਹਰ ਨਾਮਾ, ਹਰੀ ਦੇ ਨਾਮ ਦਾ ਓਟ ਆਸਰਾ ਲੈਣਾ ਕਰ। ਹਰੀ ਦਾ ਨਾਮ ਜਪ ਕੇ ਕੀ ਹੋਣਾ ਹੈ? ਅਤੇ ਸਤਿਗੁਰੂ ਕਹਿੰਦੇ ਨੇ, ਜਾ ਕੈ ਸਿਮਰਨ ਦੁਰਮਤ ਨਾਸੈ, ਪਾਵਹਿ ਪਦ ਨਿਰਬਾਨਾ। ਜਿਸ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ, ਦੁਰਮਤ ਦਾ ਅਰਥ ਹੈ ਖੋਟੀ ਮੱਤ, ਪਾਪਾਂ ਵਾਲੀ ਮੱਤ, ਉਹ ਨਾਸੈ ਖਤਮ ਹੋ ਜਾਂਦੀ ਹੈ। ਅਤੇ ਉਹ ਜਿਹੜਾ ਪਿਆਰਾ ਨਾਮ ਜਪਣ, ਨਾਮ ਰਸੀਆ ਹੈ, ਉਹ ਨਿਰਵਾਣ ਪਦ ਨੂੰ ਪ੍ਰਾਪਤ ਕਰਨ ਦਾ ਇੱਕ ਰਸ ਪਦ, ਜਿੱਥੇ ਗੁਰੂ ਸਵਾਰੇ ਬਿਲਕੁਲ ਬਿਰਤੀ ਭੰਗ ਨਹੀਂ ਹੁੰਦੀ, ਇਕਾਗਰ ਚਿੱਤ, ਜਿੱਥੇ ਮਨ ਕਦੇ ਡੋਲਦਾ ਨਹੀਂ ਹੈ, ਉਸ ਪਦਵੀ ਨੂੰ ਉਹ ਪ੍ਰਾਪਤ ਕਰ ਲੈਂਦਾ ਹੈ, ਜਿਹਨੂੰ ਕਹਿੰਦੇ ਨੇ ਅਭੈ ਪਦ ਗੁਰਬਾਣੀ ਵਿੱਚ ਆਖਿਆ ਗਿਆ ਹੈ। ਗੁਰਬਾਣੀ ਵਿੱਚ ਸਤਿਗੁਰੂ ਅਭੈ ਪਦ ਨਾਲ ਸੰਬੋਧਨ ਕੀਤਾ ਹੈ ਕਿ ਜਿਹੜਾ ਨਾਮ ਰਸੀਆ ਬੰਦਗੀ ਕਰਨ ਵਾਲਾ, ਉਹ ਜਿਉਂ-ਜਿਉਂ ਉਹਦੀ ਅਵਸਥਾ ਉੱਚੀ ਹੁੰਦੀ ਹੈ, ਇੱਕ ਦਿਨ ਇਹੋ ਜਿਹੀ ਅਵਸਥਾ ਬਣੇ ਕਿ ਅਭੈ ਪਦ, ਜਿਹਨੂੰ ਗੁਰੂ ਸਵਾਰਿਓ ਮੁਕਤੀ ਦਾ ਦਰ ਵੀ ਆਖਿਆ ਜਾਂਦਾ, ਕਿ ਜਿਹੜਾ ਆਤਮ ਅਡੋਲਤਾ ਵਾਲੀ ਅਵਸਥਾ ਆਪਾਂ ਕਹਿ ਦਈਏ। ਚੌਥੀ ਭੂਮਿਕਾ ਆਤਮ ਅਡੋਲਤਾ ਵਾਲੀ, ਜਿੱਥੇ ਮਨ ਕਦੇ ਡੋਲਦਾ ਨਹੀਂ ਹੈ, ਉਹ ਅਵਸਥਾ ਉਸ ਗੁਰਮੁਖ ਪਿਆਰੇ ਨਾਮ ਰਸੀ ਨੂੰ ਫਿਰ ਪ੍ਰਾਪਤ ਹੋ ਜਾਂਦੀ ਹੈ। ਅਤੇ ਸਤਿਗੁਰੂ ਅੱਗੇ ਰਹਾਉ ਤੋਂ ਅੱਗੇ ਹੁਣ ਬਖਸ਼ਿਸ਼ ਕਰਦੇ ਹਨ। ਰਹਾਉ ਵੱਡ ਭਾਗੀ ਤੇ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵਿਸ਼ਰਾਮ ਦੇ ਕੇ ਰੁਕੇ ਕਿ ਵੱਡ ਭਾਗੀ ਤੇ ਜਨ ਕੋ ਜਾਨੋ। ਕਹਿੰਦੇ ਭਾਈ ਉਸ ਜਨ ਪਿਆਰੇ ਨੂੰ ਵੱਡੀਆਂ ਭਾਗਾਂ ਵਾਲਾ ਜਾਣਨਾ ਕਰੋ, ਜਿਹੜਾ ਪਿਆਰਾ ਜੋ ਹਰ ਕੇ ਗੁਣ ਗਾਵੈ, ਹਰੀ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦਾ ਗੈਣ ਕਰਦਾ ਹੈ। ਹੁਣ ਇਹ ਵੱਡੀਆਂ ਭਾਗਾਂ ਤੋਂ ਬਿਨਾਂ ਗੁਰੂ ਸਰਿਓ ਸੰਗਤ ਨਹੀਂ ਹੁੰਦੀ।
ਵੱਡੇ ਭਾਗਾਂ ਤੋਂ ਬਿਨਾਂ ਅੰਮ੍ਰਿਤ ਵੇਲੇ ਜਾਗਿਆ ਨਹੀਂ ਜਾ ਸਕਦਾ ਹੈ। ਨਾਮ ਬਾਣੀ ਦਾ ਅਭਿਆਸ ਨਹੀਂ ਹੋ ਸਕਦਾ। ਗੁਰੂ ਕਿਰਪਾ ਕਰ ਦਵੇ, ਮਿਹਰ ਕਰ ਦਵੇ। ਜਿਹੜੇ ਗੁਰੂ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਉਹਨਾਂ ਨੂੰ ਸਤਿਗੁਰੂ ਬਾਹੋਂ ਪਕੜ ਕੇ ਫਿਰ ਉਠਾਲ ਕੇ ਬਿਠਾ ਦਿੰਦੇ ਨੇ ਕਿ ਉੱਠ ਪਈ, ਉਹ ਤੇਰਾ ਸੌਣ ਦਾ ਸਮਾਂ ਨਹੀਂ। ਜਦੋਂ ਉਸ ਪਿਆਰੇ ਦੇ ਕੰਨਾਂ ਵਿੱਚ ਇਹ ਗੁਰੂ ਦੇ ਪਾਵਨ ਬਾਣੀ ਦੀਆਂ ਆਵਾਜ਼ਾਂ ਪੈਂਦੀਆਂ ਨੇ, ਜੇ ਬਾਬਾ ਫਰੀਦ ਸਾਹਿਬਾਨ ਜੀ ਕਹਿੰਦੇ ਨੇ ਕਿ ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਧੇ ਥਾਏ। ਫਿਰ ਇਸ ਤਰ੍ਹਾਂ ਕੰਨਾਂ ਵਿੱਚ ਇਹ ਤੁਕਾਂ ਪੈਂਦੀਆਂ ਗੁਰਬਾਣੀ ਦੀਆਂ ਕਿ ਮੇਰਾ ਗੁਰੂ ਇਹ ਕਹਿ ਰਿਹਾ ਹੈ, ਮੈਂ ਸੁੱਤਾ ਪਿਆ ਹਾਂ। ਇਹ ਨਾਮ ਜਪਣ ਦਾ ਸਮਾਂ ਹੈ, ਬੰਦਗੀ ਕਰਨ ਦਾ ਸਮਾਂ ਹੈ। ਫਿਰ ਗੁਰੂ ਸਵਾਰੇ ਭਗਤ ਕਬੀਰ ਸਾਹਿਬਾਂ ਦੇ ਬਚਨ ਕੰਨਾਂ ਵਿੱਚ ਬਹਿੰਦੇ ਨੇ। ਕਬੀਰ ਸੂਤਾ ਕਿਆ ਕਰ ਹੈ, ਉੱਠ ਕੇ ਨਾ ਜਪ ਹੈ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਕਬੀਰ ਸੂਤਾ ਕਿਆ ਕਰ ਹੈ, ਬੈਠਾ ਰਹੋ ਅਰ ਜਾਗ, ਜਾਗੈ ਸੰਗ ਤੇ ਬੀਸ਼ਰਾ, ਤਾਹੀ ਕੇ ਸੰਗ ਲਾ। ਜਦੋਂ ਇਸ ਤਰ੍ਹਾਂ ਇਹ ਕੰਨਾਂ ਵਿੱਚ ਆਵਾਜ਼ ਪੈਂਦੀ, ਗੁਰਬਾਣੀ ਦੀਆਂ ਤੁਕਾਂ ਵਾਰ-ਵਾਰ ਜ਼ਬਾਨ ਉੱਤੇ ਆਉਂਦੀਆਂ ਨਾ, ਤੇ ਫਿਰ ਗੁਰੂ ਸਾਹਿਬ ਉਹ ਜਿਹੜਾ ਪਿਆਰਾ ਫਿਰ ਕਦੇ ਅਵਿਦਿਆ ਰੂਪੀ ਰਾਤ ਵਿੱਚ ਸੋ ਨਹੀਂ ਸਕਦਾ ਹੈ। ਉਸ ਪਿਆਰੇ ਨੇ ਅੱਠੇ ਪਹਿਰ ਫਿਰ ਮਾਲਕ ਦੇ ਗੁਣਾਂ ਦਾ ਗਾਇਨ ਕਰਨਾ। ਉਹ ਆਪਣੇ ਸਮੇਂ ਦੀ ਸੰਭਾਲ ਕਰਦਾ ਹੈ, ਸਮੇਂ ਨੂੰ ਉਹ ਅਜਾਈ ਨਹੀਂ ਜਾਣਦਾ। ਅਤੇ ਸਤਿਗੁਰੂ ਕਹਿੰਦੇ ਜਿਹੜਾ ਆਪਣੇ ਸਮੇਂ ਦੀ ਸੰਭਾਲ ਕਰਦਾ, ਅੰਮ੍ਰਿਤ ਵੇਲੇ ਉੱਠਦਾ, ਨਾਮ ਬਾਣੀ ਦਾ ਅਭਿਆਸ ਕਰਦਾ ਹੈ, ਫਿਰ ਉਹ ਕੌਣ ਹੈ? ਵੱਡਭਾਗੀ। ਉਹ ਵੱਡੀਆਂ ਭਾਗਾਂ ਵਾਲਾ ਹੈ। ਉਸ ਜਨ ਨੂੰ ਕਹਿੰਦੇ ਵੱਡੀਆਂ ਭਾਗਾਂ ਵਾਲਾ ਜਨ ਨਾ ਕਰੋ, ਜੋ ਹਰਿ ਕੇ ਗੁਣ ਗਾਵੈ, ਜੋ ਹਰੀ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੈ। ਜਨਮ ਜਨਮ ਕੇ ਪਾਪ ਖੋਏ ਕੈ, ਫੁਨ ਬੈਕੁੰਠ ਸਿਧਾਵੈ। ਜਨਮਾਂ ਜਨਮਾਂਤਰਾਂ ਦੇ ਜਿਹੜੇ ਜੀਵ ਦੇ ਕੀਤੇ ਹੋਏ ਕਰਮ ਨੇ, ਕਰਮ ਚੰਗੇ ਤੇ ਮਾੜੇ ਕਰਮ, ਇਹ ਜੀਵ ਦੇ ਨਾਲ ਜਾਂਦੇ ਨੇ। ਗੁਰੂ ਸਵਾਰੇ ਕਰਮਾਂ ਸੰਧੜਾ ਖੇਤ ਹੈ ਸਾਡਾ ਇਹ ਸਰੀਰ। ਉਹ ਜਿਹੜੇ ਕਿ ਨਾਮ ਜਪਣ ਦੇ ਨਾਲ ਸਾਰੇ ਇਹ ਪਾਪ ਧੋਤੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਫਿਰ ਉਹ ਪਿਆਰਾ ਮੁਕਤ ਹੋ ਕੇ ਬੈਕੁੰਠ ਪਾਵ ਸੱਚਖੰਡ ਦਾ ਉਹ ਵਾਸੀ ਬਣ ਜਾਂਦਾ ਹੈ। ਭਾਵ ਉਹ ਮੁਕਤ ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਦੇਖੋ ਗੁਰੂ ਸਵਾਰੇ ਕਈ ਵਾਰੀ ਐਸਾ ਵੀ ਹੁੰਦਾ, ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਨਾਮ ਜਪਣ ਦੇ ਨਾਲ ਮਨ ਵਿੱਚ ਨਿਮਰਤਾ ਆਉਣੀ ਚਾਹੀਦੀ ਹੈ। ਗੁਰੂ ਘਰ ਦੀ ਸੇਵਾ ਕਰਕੇ, ਸਿਮਰਨ ਕਰਕੇ ਨਿਮਰਤਾ ਆਉਣੀ ਚਾਹੀਦੀ ਹੈ। ਪਰ ਕਈ ਵਾਰੀ ਐਸਾ ਹੁੰਦਾ ਕਿ ਨਾਮ ਜਪਦੇ ਨੇ, ਵਾਹਿਗੁਰੂ ਵਾਹਿਗੁਰੂ ਜਪਦੇ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਦੇ ਨੇ, ਵੱਧ ਤੋਂ ਵੱਧ ਬਾਣੀ ਪੜ੍ਹਦੇ ਨੇ, ਉਹਨਾਂ ਦੇ ਮਨ ਵਿੱਚ ਅਹੰਕਾਰ ਆ ਜਾਂਦਾ, ਮਾਣ ਆ ਜਾਂਦਾ ਕਿ ਮੈਂ ਬਾਣੀ ਪੜ੍ਹਦਾ, ਮੈਂ ਸਿਮਰਨ ਕਰਦਾ। ਅਤੇ ਸਤਿਗੁਰੂ ਨੂੰ ਹੰਕਾਰ ਨਹੀਂ ਬਣ, ਜਦੋਂ ਤੱਕ ਸਾਡੇ ਅੰਦਰ ਇਹ ਮੈਂ ਹੈ ਉਦੋਂ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਭਾਈ ਰਘਵੀਰ ਸਿੰਘ ਜੀ ਵੀਰ, ਉਹਨਾਂ ਦੀ ਕਿਤਾਬ ਵਿੱਚ ਗਾਥਾ ਲਿਖੀ ਹੈ। ਕਹਿੰਦੇ ਨੇ ਇੱਕ ਗੁੱਜਰਨਾਮੇ ਸਿੱਖ ਲਾਹੌਰ ਦਾ ਰਹਿਣ ਵਾਲਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਆ। ਉਹਨਾਂ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਨੂੰ ਇੱਕ ਢਾਲ ਤਿਆਰ ਕੀਤਾ, ਬੜਾ ਸੋਹਣਾ, ਬੜਾ ਲੋਹਾ ਮੜਿਆ ਉਹਦੇ ਉੱਤੇ, ਬੜਾ ਕੀਮਤੀ ਹੈ। ਕੀਮਤਨ ਗੋ ਢਾਲ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਆ। ਪਾਤਸ਼ਾਹ ਨੂੰ ਆ ਕੇ ਨਮਸਕਾਰ ਕੀਤੀ ਅਤੇ ਢਾਲ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਸਤਿਗੁਰੂ ਜੀ ਮੇਰੀ ਭੇਟਾ ਪ੍ਰਵਾਨ ਕਰੋ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਗੁੱਜਰ ਸਿੱਖ ਦਾ ਗੁਰੂ ਮਨ ਪੜ੍ਹ ਲਿਆ ਕਿ ਇਹਦੇ ਵਿੱਚ ਮਨ ਵਿੱਚ ਹੰਕਾਰ। ਸਤਿਗੁਰੂ ਸਿਫਤ ਕਰਨ ਲੱਗ ਗਏ, ਕਹਿੰਦੇ ਬੜੀ ਸੋਹਣੀ ਢਾਲ ਬਣੀ ਹੈ ਜੀ, ਬੜਾ ਲੋਹਾ ਮੜਿਆ ਇਹਦੇ ਉੱਤੇ। ਜਿਉਂ-ਜਿਉਂ ਸਤਿਗੁਰੂ ਸਿਫਤ ਕਰਦੇ ਨੇ ਤਿਉਂ-ਤਿਉਂ ਇਹ ਗੁੱਜਰ ਬੋਲਦਾ, ਕਹਿਣ ਲੱਗਿਆ ਪਾਤਸ਼ਾਹ ਹਾਂਜੀ ਇਹ ਮੈਂ ਬੜੀ ਮਿਹਨਤ ਕੀਤੀ ਹੈ, ਇੰਨਾ ਲੋਹਾ ਲਾਣਾ ਕੀਤਾ, ਫਲਾਣੀ ਧਾਤ ਲਾਈ ਹੈ, ਮੈਨੂੰ ਕਾਫੀ ਸਮਾਂ ਲੱਗ ਗਿਆ ਇਹਨੂੰ ਤਿਆਰ ਕਰਨ ਦੇ ਲਈ।
ਤੇ ਸਤਿਗੁਰੂ ਜੀ ਮੁਸਕਰਾ ਰਹੇ ਨੇ, ਨਾਲੇ ਪਾਤਸ਼ਾਹ ਕਹਿਣ ਲੱਗੇ ਜੋ ਕੋਈ ਗੋਲੀ ਚਲਾਵੇ, ਤੀਰ ਚਲਾਵੇ, ਇਸ ਢਾਲ ਨੂੰ ਚੀਰ ਕੇ ਅੱਗੇ ਨਹੀਂ ਲੰਘ ਸਕਦੀ। ਤੇ ਉਹ ਸੁਣਦਾ ਜਾ ਰਿਹਾ ਤੇ ਹੋਰ ਮਾਣ ਵਿੱਚ ਆਉਂਦਾ, ਕਹਿਣ ਲੱਗਿਆ ਇੱਥੋਂ ਤੱਕ ਇਹ ਬੋਲ ਪਿਆ, ਕਹਿਣ ਲੱਗਿਆ ਪਾਤਸ਼ਾਹ ਬਿਲਕੁਲ ਸਹੀ ਹੈ, ਕੋਈ ਤੀਰ ਛੱਡੇ, ਕੋਈ ਗੋਲੀ ਛੱਡੇ, ਇਹਨੂੰ ਗੋਲੀ ਜਿਹੜੀ ਹੈ ਉਹ ਪਾਰ ਨਹੀਂ ਕਰ ਸਕਦੀ ਹੈ, ਇੰਨਾ ਮਜ਼ਬੂਤ ਹੈ। ਤੇ ਅਖੀਰ ਤੇ ਬੋਲ ਬੈਠਿਆ, ਕਹਿਣ ਲੱਗਿਆ ਪਾਤਸ਼ਾਹ ਜੇ ਆਪ ਜੀ ਦਾ ਵੀ ਨਿਸ਼ਾਨਾ ਲਾਣਾ ਹੋਵੇ ਨਾ, ਮੇਰੀ ਢਾਲ ਦਾ ਨਿਸ਼ਾਨਾ ਲਾਵੇ ਤੇ ਆਪ ਜੀ ਦੀ ਗੋਲੀ ਵੀ ਇਸ ਢਾਲ ਨੂੰ ਚੀਰ ਨਹੀਂ ਸਕਦੀ ਹੈ, ਇਸ ਢਾਲ ਨੂੰ ਚੀਰ ਨਹੀਂ ਸਕਦੀ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਫਿਰ ਮਨ ਵਿੱਚ ਵਿਚਾਰ ਆਇਆ ਕਿ ਜਦੋਂ ਦਾ ਮਾਣ ਤੋੜੀਏ। ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਕਹਿਣ ਲੱਗੇ ਚੱਲ ਫਿਰ ਭਾਈ ਗੁੱਜਰ, ਕੱਲ੍ਹ ਨੂੰ ਆਪਾਂ ਫਿਰ ਦੀਵਾਨ ਸਜਾਵਾਂਗੇ, ਕੱਲ੍ਹ ਨੂੰ ਨਿਸ਼ਾਨਾ ਪਰਖਾਂਗੇ, ਦੇਖਦੇ ਹਾਂ ਤੇਰੀ ਢਾਲ ਮਜ਼ਬੂਤ ਹੈ ਜਾਂ ਸਾਡੀ ਗੋਲੀ ਤੇਰੀ ਢਾਲ ਨੂੰ ਚੀਰ ਕੇ ਅਗਲੇ ਪਾਸੇ ਜਾਂਦੀ ਹੈ। ਸ਼ਰਤ ਮਨਜ਼ੂਰ ਕਰ ਲਈ ਪਾਤਸ਼ਾਹ ਨੇ ਸ਼ਰਤ ਲਾ ਲਈ। ਹੁਣ ਗੁਰੂ ਸਵਾਰੇ ਸ਼ਰਤ ਲਾ ਕੇ ਜਦੋਂ ਇਹ ਵਾਪਸ ਆਪਣੇ ਡੇਰੇ ਵਿੱਚ ਆਇਆ ਤੇ ਉਦੋਂ ਮਨ ਹੰਕਾਰ ਦੇ ਵਿੱਚ ਸੀ, ਡੇਰੇ ਵਿੱਚ ਬੈਠਾ ਆਪਣੇ ਪਲੰਘ ਉੱਤੇ ਵਿਸ਼ਰਾਮ ਕਰ ਰਿਹਾ ਤੇ ਸੋਚਦਾ ਕਿ ਕੱਲ੍ਹ ਨੂੰ ਹੁਣ ਨਿਸ਼ਾਨਾ ਪਰਖਿਆ ਜਾਵੇਗਾ, ਢਾਲ ਮੇਰੀ ਹੋਵੇਗੀ, ਗੋਲੀ ਗੁਰੂ ਸਾਹਿਬਾਨ ਦੀ ਹੋਵੇਗੀ ਤੇ ਸਾਰੇ ਇਕੱਠੇ ਹੋਣਗੇ। ਫਿਰ ਮਨ ਵਿੱਚ ਇਹ ਵਿਚਾਰ ਆਈ, ਮਨ ਜਾਗਿਆ ਕਿ ਮਨਾ ਮੈਂ ਕਿਹਦੇ ਨਾਲ ਸ਼ਰਤ ਲਾ ਕੇ ਆਇਆ। ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੋ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਨੇ, ਉਹਨਾਂ ਨਾਲ ਮੈਂ ਇਹ ਸ਼ਰਤ ਲਾ ਕੇ ਆਇਆ। ਤੇ ਸਤਿਗੁਰ ਦੀ ਗੋਲੀ ਤਾਂ ਐਸੀ ਹੈ ਜੇ ਸਤਿਗੁਰ ਨਿਸ਼ਾਨਾ ਲਾਵੇ ਆਕਾਸ਼ ਨੂੰ ਵੀ ਚੀਰ ਸਕਦੀ ਹੈ, ਤੇ ਮੇਰੀ ਢਾਲ ਅੱਗੇ ਕੀ ਹੈ। ਹੁਣ ਸੋਚਦਾ ਕਿ ਮਨਾ ਮੈਂ ਤਾਂ ਕਹਿ ਆਇਆ, ਹੁਣ ਮੈਂ ਜੇ ਸਤਿਗੁਰ ਨੇ ਕੰਮ ਨਿਸ਼ਾਨਾ ਪਰਖਿਆ, ਢਾਲ ਪਕੜ ਕੇ ਮੈਂ ਖਲੋਵਾਂਗਾ ਤੇ ਗੁਰੂ ਕਲਗੀਧਰ ਪਾਤਸ਼ਾਹ ਬੰਦੂਕ ਚਲਾਣਗੇ, ਗੋਲੀ ਆਵੇਗੀ, ਇਸ ਢਾਲ ਨੂੰ ਚੀਰ ਕੇ ਮੇਰੇ ਸੀਨੇ ਵਿੱਚ ਆ ਕੇ ਲੱਗੇਗੀ, ਸੀਨੇ 'ਚ ਆ ਕੇ ਲੱਗੇਗੀ ਤੇ ਮੇਰੀ ਮੌਤ ਹੋਵੇਗੀ। ਹੁਣ ਮੈਂ ਕੀ ਕਰਨਾ ਕਰਾਂ। ਫਿਰ ਗੁਰੂ ਸਵਾਰੇ ਉਹ ਮਨ ਵਿੱਚ ਵਿਚਾਰ ਆਈ ਕਿ ਗੁਰੂ ਸਾਡਾ ਡਾਢਾ ਹੈ, ਗੁਰੂ ਸਾਡੀ ਬੇਨਤੀ ਨੂੰ ਸੁਣਦਾ ਹੈ। ਜੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਨਾ ਤੇ ਸਤਿਗੁਰੂ ਫਿਰ ਅਰਦਾਸ ਬੇਨਤੀ ਪ੍ਰਵਾਨ ਕਰਦੇ ਨੇ, ਆਪਣੇ ਪਿਆਰੇ ਦੀ ਅੰਗ ਸੰਗ ਹੋ ਕੇ ਸਹਾਇਤਾ ਕਰਦੇ ਨੇ। ਤੇ ਗੁਰੂ ਸਰ ਉਸੇ ਸਮੇਂ ਉੱਠ ਕੇ ਬੈਠ ਗਿਆ, ਸਾਰੀ ਰਾਤ ਗੁਰੂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਅਰਦਾਸਾਂ ਬੇਨਤੀਆਂ ਕਰਦਾ ਰਿਹਾ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਤੱਕ ਕਿ ਸੱਚੇ ਪਾਤਸ਼ਾਹ ਮੇਰੇ ਤੋਂ ਬੜੀ ਭੁੱਲ ਹੋਈ ਹੈ ਤੇ ਆਪ ਜੀ ਕਿਰਪਾ ਕਰੋ, ਸਾਨੂੰ ਬਖਸ਼ਣਾ ਕਰੋ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਕਸ ਤੇਤੇ, ਰਮਈਆ ਹੋ ਬਾਰਕ ਤੇਰਾ, ਕਾਹੇ ਨ ਖੰਡਸ ਅਬਗੁਣ ਮੇਰਾ। ਹਮ ਅਪਰਾਧੀ ਸਦ ਭੂਲਤੇ, ਤੁਮ ਬਖਸ਼ਣ ਹਾਰੇ, ਮਾਣ ਕਰੋ ਤੁਧ ਉਪਰੇ, ਮੇਰੇ ਪ੍ਰੀਤਮ ਪਿਆਰੇ। ਇਸ ਤਰ੍ਹਾਂ ਅਨੇਕਾਂ ਪੰਕਤੀਆਂ ਪੜ੍ਹ ਕੇ ਬਾਰ-ਬਾਰ ਗੁਰੂ ਨੂੰ ਚੇਤੇ ਕਰਦਾ, ਗੁਰੂ ਸਾਹਿਬਾਨ ਦੇ ਚਰਨਾਂ 'ਚ ਅਰਦਾਸ ਬੇਨਤੀ ਕਰ ਰਿਹਾ। ਸਾਰੀ ਰਾਤ ਜਾਗਦਿਆਂ ਦੀ ਲੰਘ ਗਈ, ਬਸ ਇੱਕ ਟੱਕ ਬੇਨਤੀਆਂ ਕਰੀ ਜਾ ਰਿਹਾ, ਨੇਤਰਾਂ ਵਿੱਚ ਵਿਰਾਗ ਹੈ। ਤੇ ਉਧਰ ਗੁਰੂ ਸਵਾਰਿਓ ਸੂਰਜ ਦੀ ਟਿੱਕੀ ਜਿਹੜੀ ਬਾਹਰ ਨਿਕਲੀ, ਧਰਤੀ ਉੱਤੇ ਪ੍ਰਕਾਸ਼ ਹੋਇਆ, ਚਾਨਣ ਮੁਨਾਰਾ ਹੋਇਆ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦੀਵਾਨ ਸਜ ਗਏ। ਦੀਵਾਨਾਂ ਦੇ ਵਿੱਚ ਸਤਿਗੁਰੂ ਸਿੰਘਾਸਣ ਉੱਤੇ ਆ ਕੇ ਬੈਠੇ। ਇਹ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਗੁੱਜਰ ਨੂੰ ਲੈ ਕੇ ਆਓ, ਅੱਜ ਅਸੀਂ ਆਪਣੀ ਬੰਦੂਕ ਦੇਖਣੀ ਹੈ ਕਿ ਸਾਡਾ ਨਿਸ਼ਾਨਾ ਪੱਕਾ ਜਾਂ ਇਹਦੀ ਢਾਲ ਮਜ਼ਬੂਤ ਹੈ। ਤੇ ਇਸ ਤਰ੍ਹਾਂ ਸਿੱਖ ਜਦੋਂ ਲੈਣ ਗਏ ਨੇ ਜਿਹਨੂੰ ਭਾਈ ਗੁੱਜਰ ਜੀ ਨੀਵੀਂ ਪਾ ਕੇ ਸਤਿਗੁਰਾਂ ਦੇ ਸਨਮੁਖ ਆ ਕੇ ਖਲੋ ਗਏ। ਕਲਗੀਧਰ ਪਾਤਸ਼ਾਹ ਨੇ ਗੁਰੂ ਸਵਾਰੇ ਦੂਰੀ ਤੈਅ ਕੀਤੀ, ਕਹਿੰਦੇ ਇੱਥੇ ਖਲੋਣਾ ਕਰ। ਤੇ ਸਤਿਗੁਰੂ ਜੀ ਨੇ ਬੰਦੂਕ ਮੰਗਾਈ, ਕਹਿਣ ਲੱਗੇ ਸਿੰਘੋ ਬੰਦੂਕ ਲੈ ਕੇ ਆਵੋ। ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਿਸ਼ਾਨਾ ਲਾਉਣ ਲੱਗੇ ਨਾ ਤੇ ਸਤਿਗੁਰ ਦੀ ਬੰਦੂਕ ਰੋਕੀ, ਚੱਲੀ ਨਹੀਂ। ਤੇ ਪਾਤਸ਼ਾਹ ਨੇ ਦੂਸਰੀ ਬੰਦੂਕ ਮੰਗਾਈ,
फिर गुरु सवारे निशाना लाने लगे, फिर बंदूक इस तरह रुक गई। तो पातशाह ने फिर तीजी बारी जो तीसरी बंदूक मंगाई ना, तो कलगीधर पातशाह महाराज ने उस समय निशाना लाने लगे, बंदूक थले रख दी। सिंह कहन लगे, पातशाह की गल है, आप जी का अज बंदूक क्यों नहीं, वधिया बंदूक है, क्यों नहीं चल रही, कारण की है? कलगीधर पातशाह कहन लगे, भाई गुज्जर नूं जाके पुछो, ये गुजरी उत्तर देवेगा। कोल सद्या, हाँ भाई दस की गल है, हारी रात की करता रहा? कहन लगे, सच्चे पातशाह करना की सी, जो मनुख नूं सामने अपनी मौत दिखाई दवे ना, कि पता कि मैं मरना है, तो मरण तो पहला फिर मनुख उस खुदा नूं याद करदा, रब नूं याद करदा, मेरा खुदा मेरा रब आप जी हन। ते सतगुरु मैं हंकार दे विच आप जी नाल शर्तां ला चुकिया सी कि ये आप जी की गोली भी इस ढाल नूं पाड़ नहीं चीर नहीं सकती है। पर पातशाह बाद जो मेरा हंकार नीवा होया, मैनू ये याद है कि गुरु पातशाह तो आसमान च भी शेक कर सकते हैं, मेरी ढाल की है? तो सतगुरु फिर मैं अपनी जान बचाने वास्ते सारी रात आप जी के चरणों च अरदासां बेनतियां करता रहा। कलगीधर पातशाह कहन लगे, ਸਿੰਘੋ ਇਹ अरदासां बेनतियां करता सी, असी ढाल का निशाना लाया, जो मैं निशाना लाउंदा सी ना, कदे मैनू उस ढाल विच गुरु नानक पातशाह का स्वरूप दिखाई देवे, कदे मैंने गुरु अंगद देव महाराज का स्वरूप दिखाई देवे, कदे गुरु अमरदास पातशाह का, इस तरह नौवें पातशाह गुरु तेग बहादुर पातशाह तक मैंने स्वरूप दिखाई दे रहे, तो मैं अपने गुरु उत्ते किवें बंदूक चला लैंदा? तो सतगुरु जी ने गुरु सारे फिर उस गुज्जर नूं बख्शिया ते नाल समझाया कि अगाह वास्ते कदे भी ये माण नहीं करना, गुरु के दर ते आके तो केवल निमरता विच रहना है। जे निमाणे रवांगे, निमाणे बन के सब कुछ प्राप्त होवेगा। जे आपां अहं करांगे, हंकार करांगे, तो उदों जड़ियां दातां कोल भी हैं वो भी चलियां जांदियां ने। ये सच है गुरु सवारे, जड़ियां दातां सानूं गुरु साहब दित्तियां ने ना, हौली हौली वो कोई ना कोई कारण बनता, हौली हौली वो कोलों चली जांदियां ने। इस करके कदे भी सिख ने मान नहीं करना, सिख ने सचियार सिख बन के गुरु पातशाह दे कोल रहना है। तो सतगुरु जी फिर इत्थे बचन करते हैं, कहते ने भाई ये नाम विच इन्नी ताकत है, जिहड़े नाम जपते हैं ना, बंदगी करते हैं, बंदगी करना जन्म जन्म के पाप खोए कै, जन्मां जन्मांतरां दे उन्हां दे पाप जिहड़े कीते, समूह पाप, ब्राह्मण कैली घात कंजका, अणता अणचारी का धान, फिटक फिटका कोट बधिया, सदा सदा अपमान, ये सारे जिहड़े पाप ने कहंदे उन्हां दे खोए खत्म हो जाते हैं। पुन बैकुंठ सिधावै, वो फिर गुरमुख प्यारा बैकुंठ दा वासी हो जाता, पर सचखंड बयाना कर जाता है, सचखंड दा वो वासी बन जाता है। अजामल को अंत काल में नारायण सुध आई, जागत को जोगीश्वर बांछत, सोगत छिन मह पाई। अगलेरियां पंक्तियां विच सतगुरु जी दो जिहड़े जिन्हां ने परमात्मा की इबादत की, प्रभु नूं प्राप्त किया, उन्हां दी उदाहरण दे के सतगुरु समझा रहे हैं। एक अजामल, दूजा गज हाथी, जिहदे बाबत आप जी ने कई बार श्रवण किया है। अजामल जिहड़ा पापी सी, ब्राह्मण सी, पर गुरु सवारिओ किसे बेशबा दी संगत की, ਉਹਦੇ ਨਾਲ ਪ੍ਰੇਮ ਪੈ ਗਿਆ ਤੇ ਉਹਦੇ ਨਾਲ ਆਪਣੀ ਸ਼ਾਦੀ ਕਰ ਲਈ। ਸ਼ਾਦੀ ਕੀਤੀ ਜਿੱਥੇ ਲੋਕਾਂ ਵਿੱਚ ਸਤਿਕਾਰ ਸੀ ਤੇ ਲੋਕ ਲਾਹਨਤਾਂ ਪਾਉਣ ਲੱਗ ਪਏ। ਹੌਲੀ ਹੌਲੀ ਜਿੱਥੇ ਘਰ ਵਿੱਚ 4 ਪ੍ਰਕਾਰ ਦੇ ਪਦਾਰਥ ਸੀ, ਉਹ ਸਾਰੇ ਪਦਾਰਥ ਖਤਮ ਹੁੰਦੇ ਗਏ। ਘਰ ਵਿੱਚ ਆਦੀ ਗਰੀਬੀ ਆ ਗਈ, ਬੜੀ ਤਰਸਯੋਗ ਹਾਲਤ ਹੋ ਗਈ ਤੇ ਸਾਰੇ ਇਹਨੂੰ ਅਜਾਮਲ ਪਾਪੀ ਕਹਿ ਕੇ ਬੁਲਾਉਂਦੇ ਹਨ। ਤੇ ਕੁਦਰਤੀ ਤੌਰ ਤੇ घर विच पुत्र पैदा होया ते पुत्र का नाम रखा नारायण।
ਅੰਤਮ ਸਮਾਂ ਆਇਆ, ਬਿਮਾਰ ਪੈ ਗਿਆ, ਆਪਣੇ ਪੁੱਤਰ ਨਾਲ ਬੜਾ ਮੋਹ ਕਰਦਾ, ਜਦੋਂ ਵੀ ਆਵਾਜ਼ ਮਾਰਨੀ ਪੁੱਤਰ ਨਾਰਾਇਣ ਆਖਦਾ। ਤੇ ਜਦੋਂ ਗੁਰੂ ਸਵਾਰਿਓ ਉਧਰ ਅੰਤਮ ਸਵਾਸ ਆਏ ਨਾ, ਖਤਮ ਹੋਣ ਵਾਲੇ ਸਵਾਸ, ਅੰਤਮ ਸਵਾਸਾਂ ਵਿੱਚ ਪੁੱਤਰ ਸ਼ਬਦ ਹਟ ਗਿਆ ਤੇ ਮੁੱਖੋਂ ਕਹਿਣ ਲੱਗ ਗਿਆ ਨਾਰਾਇਣ ਨਾਰਾਇਣ ਨਾਰਾਇਣ। ਨਾਰਾਇਣ ਕਹਿੰਦਿਆਂ ਇਹਦੇ ਜਿਹੜੇ ਪ੍ਰਾਣ ਨਿਕਲ ਗਏ ਤੇ ਇਹ ਅਜਾਮਲ ਗੁਰੂ ਸਰੇ ਮੁਕਤ ਹੋ ਗਿਆ। ਸਤਿਗੁਰੂ ਜੀ ਦਾ ਫਰਮਾਨ ਵੀ ਹੈ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਭਗਤ ਲੋਚਨ ਜੀ ਕਹਿੰਦੇ ਨੇ ਉਹ ਨਰ ਮੁਕਤ ਹੋ ਜਾਂਦਾ, ਕਿਉਂਕਿ ਉਹ ਪਰਮੇਸ਼ਰ ਦੇ ਹਿਰਦੇ ਵਿੱਚ ਵਸਦਾ ਹੈ, ਉਹਦਾ ਜੀਵਨ ਸਫਲਾ ਹੋ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਅੰਤ ਕਾਲ, ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਪ੍ਰਭੂ ਦੇ ਨਾਮ ਦੀ ਸੁਧ ਆ ਗਈ। ਜਾਂ ਗਤ ਕੋ ਜੋਗੀਸ਼ਰ ਬਾਂਛਦ, ਜਿਸ ਗਤ ਨੂੰ ਕਹਿੰਦੇ ਜੋਗੀਸ਼ਰ, ਵੱਡੇ ਵੱਡੇ ਜੋਗੀ ਪੁਰਸ਼ ਜਿਹੜੇ ਯੋਗ ਸਾਧਨਾ ਵਿੱਚ ਬੈਠੇ ਹੋਏ ਨੇ, ਲੰਮੀਆਂ ਲੰਮੀਆਂ ਸਮਾਧੀਆਂ ਲਾਈਆਂ ਹੋਈਆਂ ਨੇ, ਕਈ ਯੁੱਗ ਬਤੀਤ ਹੋ ਗਏ ਨੇ, ਉਹਨਾਂ ਨੂੰ ਉਹ ਅਵਸਥਾ ਪ੍ਰਾਪਤ ਨਹੀਂ ਹੋਈ, ਪਰ ਅਜਾਮਲ ਉੱਤੇ ਐਡੀ ਵੱਡੀ ਮਾਲਕ ਦੀ ਬਖਸ਼ਿਸ਼ ਹੋ ਗਈ। ਸੋ ਗਤ ਛਿਨ ਮੈਂ ਪਾਈ, ਛਿਨ ਮਾਤਰ ਵਿੱਚ ਕਹਿੰਦੇ ਉਹ ਮੁਕਤੀ ਉਹਨੇ ਪ੍ਰਾਪਤ ਕਰ ਲਈ, ਉਹ ਅਵਸਥਾ ਪ੍ਰਾਪਤ ਕਰ ਲਈ। ਤੇ ਗੁਰੂ ਸਵਾਰੇ ਪਤਾ ਨਹੀਂ ਕਦੋਂ ਉਸ ਮਾਲਕ ਦੀ ਬਖਸ਼ਿਸ਼ ਹੋ ਜਾਣੀ। ਦੇਖੋ ਜਦੋਂ ਧੰਨੇ ਭਗਤ ਜੀ ਨੇ ਪਰਮਾਤਮਾ ਦੀ ਬੰਦਗੀ ਪ੍ਰਾਰੰਭ ਕੀਤੀ, ਇਤਿਹਾਸਕਾਰ ਲਿਖਦੇ ਨੇ, ਤਵਾਰਿਖ ਲਿਖਦਾ ਕਿ ਧੰਨੇ ਨੇ 24 ਘੰਟਿਆਂ ਵਿੱਚ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। 24 ਘੰਟਿਆਂ ਵਿੱਚ ਬਖਸ਼ਿਸ਼। ਦੇਖੋ ਇੱਕ ਪਾਸੇ ਵੱਡੀਆਂ ਵੱਡੀਆਂ ਸਮਾਧੀਆਂ ਲਾ ਕੇ ਬੈਠੇ ਹੋਏ ਨੇ, ਤੇ ਦੂਜੇ ਪਾਸੇ ਗੁਰੂ ਸਵਾਰਿਓ 24 ਘੰਟਿਆਂ ਵਿੱਚ ਪਰਮਾਤਮਾ ਨੂੰ ਯਾਦ ਕੀਤਾ, ਤੇ ਉਹ ਫਰਿਆਦ ਪਰਮਾਤਮਾ ਤੱਕ ਪਹੁੰਚੀ ਹੈ, ਤੇ ਪਰਮਾਤਮਾ ਨੇ ਸਖਿਆਤ ਰੂਪੀ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨੇ। ਇਹ ਬਿਦ ਸੁਨ ਕੈ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ, ਵੱਡ ਭਾਗਾ ਵੱਡੀਆਂ ਭਾਗਾਂ ਵਾਲਾ ਬਣ ਗਿਆ। ਇਸ ਕਰਕੇ ਨਾਮ ਵਿੱਚ ਇੰਨੀ ਤਾਕਤ ਹੈ, ਪਤਾ ਨਹੀਂ ਕਦੋਂ ਕਿਹਦੇ ਉੱਤੇ ਕਦੋਂ ਬਖਸ਼ਿਸ਼ ਹੋ ਜਾਣੀ। ਜੇ ਆਪਾਂ ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਵਿਚਾਰ ਕਰੀਏ, ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਿਹੜੇ ਪੁਰਾਤਨ ਸਿੱਖ ਸੀ, ਭਾਈ ਮਰਦਾਨਾ ਜੈਸੇ, ਭਾਈ ਬਾਲਾ ਜੈਸੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੈਸੇ, ਭਾਈ ਭਗੀਰਥ ਜੈਸੇ, ਭਾਈ ਸੁਧਾਰਨ ਜੈਸੇ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਟਹਿਲ ਸੇਵਾ ਕਰਦੇ ਸੀ, ਜਿਨ੍ਹਾਂ ਨੇ ਮੁਕਤੀ ਨੂੰ ਪ੍ਰਾਪਤ ਕੀਤਾ। ਪਰ ਸਭ ਤੋਂ ਬਾਅਦ ਆਏ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਹਿਣਾ ਜੀ ਸਤਿਗੁਰਾਂ ਦੀ ਹਜ਼ੂਰੀ ਵਿੱਚ। ਭਾਈ ਮਰਦਾਨਾ, ਭਾਈ ਬਾਲਾ ਸਾਰੀਆਂ ਚਾਰੇ ਦਿਸ਼ਾਵਾਂ ਵਿੱਚ ਸਤਿਗੁਰੂ ਨਾਲ ਵਿਚਰੇ ਨੇ ਯਾਤਰਾਵਾਂ ਵਿੱਚ। ਪਰ ਬਖਸ਼ਿਸ਼ ਕਿਹਦੇ ਉੱਤੇ ਹੋਈ? ਜੇ ਭਾਈ ਲਹਿਣਾ ਜੀ ਜਿਹਨੇ 7 ਵਰ੍ਹੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕੀਤੀ ਹੈ, ਗੁਰਗੱਦੀ ਦਾ ਮਾਲਕ ਉਹ ਬਣ ਗਿਆ। ਇਹ ਗੁਰੂ ਜਾਣਦਾ, ਪਤਾ ਨਹੀਂ ਗੁਰੂ ਨੇ ਕਿਹਦੇ ਉੱਤੇ ਕਦੋਂ ਬਖਸ਼ਿਸ਼ ਕਰ ਦੇਣੀ ਹੈ। ਤੇ ਆਪਣਾ ਕੰਮ ਹੈ ਨਾਮ ਬਾਣੀ ਦਾ ਅਭਿਆਸ ਕਰਨਾ, ਗੁਰੂ ਦੱਸੀ ਹੋਈ ਮਰਜ਼ਾਦਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ। ਤੇ ਸਤਿਗੁਰੂ ਕਹਿੰਦੇ ਨੇ ਸੋ ਗਤ ਛਿਨ ਮੈਂ ਪਾਈ, ਜਿਸ ਕਹਿੰਦੇ ਅਵਸਥਾ ਨੂੰ ਜੋਗੀ ਪੁਰਸ਼ ਵੱਡੀਆਂ ਵੱਡੀਆਂ ਸਮਾਧੀਆਂ ਲਾ ਕੇ ਬੈਠੇ ਉਹ ਪ੍ਰਾਪਤ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ। ਕਹਿੰਦੇ ਨਾਰਾਇਣ ਨੂੰ, ਕਹਿੰਦੇ ਉਸ ਅਜਾਮਲ ਨੂੰ ਛਿਣ ਮਾਤਰ ਵਿੱਚ ਉਹ ਅਵਸਥਾ ਪ੍ਰਾਪਤ ਹੋ ਗਈ, ਉਹਨੂੰ ਮੁਕਤੀ ਮਿਲ ਗਈ ਹੈ। ਨਾ ਹਿਨ ਗੁਣ ਨਾ ਹਿਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ RAM ਕਾ ਦੇਖੋ, ਅਭੈ ਦਾਨ ਤੇ ਦੀਨਾ। ਹੁਣ ਸਤਿਗੁਰੂ ਜੀ ਗਾਜ ਹਾਥੀ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ, ਜਿਹਦੇ ਬਾਬਤ ਆਪ ਜੀ ਨੇ ਕਈ ਵਾਰੀ ਸ਼ਰਵਣ ਕੀਤਾ ਹੈ ਕਿ ਜਿਹੜਾ ਗਾਜ ਹਾਥੀ ਨਦੀ ਵਿੱਚ ਇਹ ਪਾਣੀ ਪੀਣ ਲਈ ਪ੍ਰਵੇਸ਼ ਹੋਇਆ। ਪਾਣੀ ਪੀਣ ਲਈ ਪ੍ਰਵੇਸ਼, ਤੰਦੂਏ ਨੇ ਆਪਣਾ ਜ਼ੋਰ ਦਿਖਾਇਆ, ਆਪਣੀਆਂ ਤਾਰਾਂ ਨਾਲ ਜਕੜਨਾ ਕੀਤਾ, ਬੜੀ ਕੋਸ਼ਿਸ਼ ਕੀਤੀ ਬਾਹਰ ਨਿਕਲਣ ਦੀ, ਪਰ ਉਸ ਜਾਲ 'ਚੋਂ ਨਿਕਲ ਨਹੀਂ ਸਕਿਆ। ਜਿਹੜੇ ਨਾਲ ਦੇ ਸਾਥੀ ਸੀ
ਉਹ ਕੁਝ ਦਿਨ ਤਾਂ ਗੁਰੂ ਸਰ ਇਹਦੇ ਲਈ ਖੁਰਾਕ ਲੈ ਕੇ ਆਉਂਦੇ ਰਹੇ, ਪਰ ਕੁਝ ਦਿਨ ਮਦਦ ਕੀਤੀ, ਫਿਰ ਸਾਰੇ ਪਿੱਛੇ ਹਟ ਗਏ। ਹੌਲੀ ਹੌਲੀ ਇਸ ਹਾਥੀ ਦਾ ਸਰੀਰ ਜਿਹੜਾ ਕਮਜ਼ੋਰ ਹੁੰਦਾ ਗਿਆ, ਕਮਜ਼ੋਰ ਹੁੰਦਾ ਗਿਆ। ਇਹਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਹੁਣ ਮੈਂ ਮਰ ਜਾਣਾ। ਅਤੇ ਉਦੋਂ ਬਿਪਤਾ ਦੇ ਸਮੇਂ ਫਿਰ ਐਸੀ ਖੇਡ ਵਰਤੀ, ਜਿਵੇਂ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਨਦੀ ਵਿੱਚ ਇੱਕ ਫੁੱਲ ਰੁੜਦਾ ਜਾ ਰਿਹਾ, ਹਾਥੀ ਨੇ ਗੁਰੂ ਸਰ ਉਸ ਸਮੇਂ ਉਹ ਫੁੱਲ ਆਪਣੀ ਸੁੰਡ ਨਾਲ ਚੁੱਕਿਆ ਅਤੇ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਕਿ ਪ੍ਰਭੂ ਜੀ, ਮੈਂ ਬੜੀਆਂ ਦਾ ਓਟ ਆਸਰਾ ਤੱਕਣਾ ਕੀਤਾ, ਸੰਗੀ ਸਾਥੀਆਂ ਨੇ, ਉਹਨਾਂ ਵੱਲ ਮੈਂ ਦੇਖਦਾ ਰਿਹਾ ਕਿ ਮੇਰੀ ਮਦਦ ਕਰਨਗੇ, ਪਰ ਕੋਈ ਨਹੀਂ ਬੋੜਿਆ। ਹੁਣ ਮਾਲਕ ਜੀ ਤੂੰ ਹੀ ਹੈ ਮੇਰੀ ਸਹਾਇਤਾ ਕਰਨ ਵਾਲਾ, ਕਿਰਪਾ ਕਰਕੇ ਮੈਨੂੰ ਤੰਦੂਏ ਦੇ ਜਾਲ ਵਿੱਚੋਂ ਬਚਾਉਣਾ ਕਰੋ। ਅਤੇ ਗੁਰੂ ਸਵਾਰੇ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਸ ਸਮੇਂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਅਤੇ ਉਹ ਅਰਦਾਸ ਬੇਨਤੀ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋਈ ਅਤੇ ਵਾਹਿਗੁਰੂ ਨੇ ਉਹ ਜਿਹੜੀਆਂ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਅਤੇ ਹਾਥੀ ਜਿਹੜਾ ਆਜ਼ਾਦ ਹੋ ਗਿਆ ਸੀ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਦਾਹਰਣ ਦੇ ਕੇ ਸਮਝਾਉਂਦੇ ਨੇ, ਕਹਿੰਦੇ ਦੱਸੋ ਭਾਈ ਉਸ ਹਾਥੀ ਵਿੱਚ ਕੀ ਗੁਣ ਸੀ? ਨਾਹਿਨ ਗੁਣ, ਨਾ ਤਾਂ ਕਹਿੰਦੇ ਕੋਈ ਉਹਦੇ 'ਚ ਗੁਣ ਸੀ, ਨਾਹਿਨ ਕਛ ਵਿਦਿਆ, ਨਾ ਕਹਿੰਦੇ ਉਹਨੇ ਕੋਈ ਧਾਰਮਿਕ ਗ੍ਰੰਥ ਪੜ੍ਹਿਆ ਹੋਇਆ ਸੀ, ਵਿੱਦਿਆ ਪ੍ਰਾਪਤ ਕੀਤੀ ਸੀ। ਆਮ ਤੌਰ 'ਤੇ ਆਪਾਂ ਕਹਿੰਦੇ ਜਿਹਨੂੰ ਭਾਈ ਧਾਰਮਿਕ ਗ੍ਰੰਥਾਂ ਦਾ ਗਿਆਨ ਹੈ, ਗਿਆਨੀ ਪੁਰਸ਼, ਉਹਨੂੰ ਪਰਮੇਸ਼ਰ ਦੇ ਗੁਣਾਂ ਬਾਬਤ ਗਿਆਨ। ਪਰ ਗੁਰੂ ਸਰ ਇਹ ਨਹੀਂ ਹੋ ਸਕਦਾ ਕਿ ਕਈ ਵਾਰੀ ਸਤਿਗੁਰੂ ਜੀ ਬਾਬੇ ਛੱਜੂ ਝੀਵਰ ਉੱਤੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ 14 ਤਰੀਕ ਨੂੰ, ਅਤੇ ਸਤਿਗੁਰੂ ਜੀ ਨੇ ਉਹ ਛੱਜੂ ਝੀਵਰ ਜਿਹਦੇ ਬਾਬਤ ਇਤਿਹਾਸ ਕਰਦੇ, ਗੂੰਗਾ ਵੀ ਸੀ, ਬੋਲਾ ਵੀ ਸੀ, ਅਤੇ ਆਪਣੀ ਛੜੀ ਰੱਖੀ, ਕਿਰਪਾ ਹੋ ਗਈ। ਇੱਕ ਪਾਸੇ ਲਾਲ ਜਲ ਪੰਡਤ ਸੀ, ਪੜ੍ਹਿਆ ਲਿਖਿਆ ਵਿਦਵਾਨ ਸੀ, ਅਤੇ ਉਹਦਾ ਹੰਕਾਰ ਤੋੜ ਦਿੱਤਾ। ਇੱਕ ਅਨਪੜ੍ਹ ਉੱਤੇ ਸਤਿਗੁਰੂ ਨੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ ਅਤੇ ਗੀਤਾ ਦੇ ਅਧਿਆਇ ਦੇ ਐਸੇ ਅਰਥ ਕੀਤੇ, ਅਤੇ ਉਹ ਵੀ ਵੇਖ ਕੇ ਹੈਰਾਨ ਹੋ ਗਿਆ। ਲਾਲ ਚੰਦ ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ। ਸੋ ਕਹਿਣ ਦਾ ਆਪਾਂ, ਗੁਰੂ ਨੇ ਪਤਾ ਨਹੀਂ ਕਦੋਂ ਕਿਹਦੇ ਉੱਤੇ ਕਦੋਂ ਕਿਰਪਾ ਕਰ ਦੇਣੀ ਹੈ, ਇਹ ਗੁਰੂ ਜਾਣਦਾ। ਅਤੇ ਸਤਿਗੁਰੂ ਕਹਿੰਦੇ ਦੇਖੋ, ਨਾ ਤਾਂ ਉਸ ਗਜ ਹਾਥੀ ਵਿੱਚ ਕੋਈ ਗੁਣ ਸੀ, ਨਾ ਕੁਝ ਵਿੱਦਿਆ ਪੜ੍ਹਿਆ ਹੋਇਆ ਸੀ। ਕਹਿੰਦੇ ਧਰਮ ਕੌਣ ਗੱਜ ਕੀਨਾ, ਨਾ ਕੋਈ ਧਰਮ ਸੀ। ਹੁਣ ਜਾਨਵਰ ਦਾ ਕੋਈ ਧਰਮ ਨਹੀਂ ਹੋ ਸਕਦਾ, ਮਨੁੱਖ ਦਾ ਧਰਮ ਹੈ। ਧਰਮ ਅਸਲ ਵਿੱਚ ਕੀ ਹੈ? ਧਰਮ ਹੈ ਮਰਜ਼ਾਦਾ। ਜਦੋਂ ਵਾਹਿਗੁਰੂ ਨੇ ਇਹ ਕੁਦਰਤ ਸਾਜੀ ਹੈ, ਮਨੁੱਖ ਨੂੰ ਬਣਾਉਣਾ ਕੀਤਾ, ਸਾਨੂੰ ਸਰੀਰ ਬਖਸ਼ੇ, ਇਹ ਜੋ 84 ਲੱਖ ਜੂਨਾਂ ਬਣਾਈਆਂ, ਅਤੇ ਕੁਦਰਤ ਦੇ ਨਿਯਮ ਬਣਾ ਦਿੱਤੇ ਪਰਮਾਤਮਾ ਨੇ। ਜਿਹੜਾ ਨਿਯਮਾਂ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ, ਨਾਲ ਉਸ ਪਰਮੇਸ਼ਰ ਨੂੰ ਗੁਰੂ ਸਵਾਰਿਓ ਯਾਦ ਕਰਦਾ ਏ, ਅਤੇ ਉਹ ਤਾਂ ਫਿਰ ਪ੍ਰਵਾਨ ਹੋ ਜਾਂਦਾ। ਜਿਹੜਾ ਜਿੱਥੇ ਨਿਯਮਾਂ ਤੋਂ ਉਲਟ ਕੰਮ ਕਰਦਾ ਹੈ ਅਤੇ ਧਰਤੀ ਉੱਤੇ ਗੁਰੂ ਗੰਦਗੀ ਵਿਸ਼ਟਾ ਬੁਲਾਉਂਦਾ, ਧਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਉਹਦੇ ਉੱਤੇ ਫਿਰ ਗੁਰੂ ਸਰੇ ਵਾਹਿਗੁਰੂ ਦੀ ਕਰੋਪੀ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਦੇਖੋ, ਕੋਈ ਧਰਮ ਜਿਹੜਾ ਹੈ, ਇਸੇ ਤਰ੍ਹਾਂ ਜਿਹੜਾ ਸਾਡਾ ਧਰਮ ਹੈ, ਜਿਵੇਂ ਇਹ ਧਰਮ ਸਾਨੂੰ ਇਹੀ ਸਿਖਾਉਂਦਾ ਕਿ ਉਸ ਪਰਮੇਸ਼ਰ ਦੇ ਨਾਲ ਜੁੜਨਾ, ਨਿਯਮ ਵਿੱਚ ਰਹਿ ਕੇ, ਮਰਜ਼ਾਦਾ ਵਿੱਚ ਰਹਿ ਕੇ ਉਸ ਪਰਮੇਸ਼ਰ ਦੀ ਇਬਾਦਤ ਕਰਨੀ ਹੈ। ਅਤੇ ਸਤਿਗੁਰੂ ਕਹਿੰਦੇ ਪਰ ਦੱਸੋ, ਉਸ ਗਜ ਹਾਥੀ ਦਾ ਕਿਹੜਾ ਧਰਮ ਸੀ ਭਾਈ? ਉਹਦਾ ਕੋਈ ਧਰਮ ਨਹੀਂ ਸੀ। ਉਹਨੇ ਅੰਦਰੋਂ ਫਰਿਆਦ ਹੋਈ, ਅੰਦਰੋਂ ਪੁਕਾਰ ਕੀਤੀ ਮਾਲਕ ਦੇ ਚਰਨਾਂ 'ਚ। ਮਾਲਕ ਨੇ ਕਿਰਪਾ ਕਰਕੇ ਉਸ ਹਾਥੀ ਨੂੰ ਮੁਕਤ ਕਰ ਦਿੱਤਾ, ਉਹ ਆਜ਼ਾਦ ਹੋ ਗਏ ਆ। ਨਾਨਕ ਬਿਰਦ ਰਾਮ ਕਾ ਦੇਖੋ, ਅਭੈ ਦਾਨ ਤਿਹ ਦੀਨਾ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਭਾਈ ਇਹ ਰਮੰਤੀ ਰਾਮ ਵਾਹਿਗੁਰੂ ਦਾ ਬਿਰਦ ਦੇਖਣਾ ਕਰੋ, ਉਹਦਾ ਸੁਭਾਅ ਦੇਖੋ। ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਨਾ, ਉਹਨੂੰ ਸਤਿਗੁਰੂ ਜੀ ਅਭੈ ਪਦ, ਤੁਰੀਆ ਪਦ ਦੀ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਨੇ, ਆਤਮਿਕ ਅਡੋਲਤਾ ਦੀ ਬਖਸ਼ਿਸ਼ ਕਰ ਦਿੰਦੇ ਹਨ। ਉਹ ਫਿਰ ਇਸ ਅਵਸਥਾ ਤੱਕ ਪਹੁੰਚ ਜਾਂਦਾ ਹੈ। ਅਤੇ ਜਿਵੇਂ ਸਤਿਗੁਰੂ ਜੀ ਕਹਿੰਦੇ, ਪਰ ਹਰੀ ਦਾ ਜਨ ਬਣਨਾ ਜ਼ਰੂਰੀ ਹੈ, ਹਰੀ ਦਾ ਪਿਆਰਾ ਬਣਨਾ ਜ਼ਰੂਰੀ ਹੈ। ਜੇ ਹਰੀ ਦੇ ਆਪਾਂ ਇੱਕ ਪਾਸੇ ਆਪਣੇ ਨਾਮ ਨਾਲ
ਹਰੀ ਜਨ ਲਿਖਾ ਲਈਏ, ਹਰੀ ਦਾ ਪਿਆਰਾ ਗੁਰੂ ਦਾ ਸਿੱਖ ਲਿਖਾ ਲਈਏ। ਫਿਰ ਦੇਖਿਆ ਜਾਂਦਾ ਕਿ ਆਪਣੇ ਨਾਲ ਨਾਲ ਗੁਰੂ ਕਾ ਖਾਲਸਾ ਲਗਾ ਲੈਂਦੇ, ਫਲਾਣਾ ਸਿੰਘ ਖਾਲਸਾ। ਪਰ ਮਾਫ਼ ਕਰਨਾ, ਮੁਬਾਰਕ ਹੈ। ਗੁਰੂ ਪਾਤਸ਼ਾਹ ਨੇ ਆਪਣੇ ਨਾਮ ਨਾਲ ਖਾਲਸਾ ਸ਼ਬਦ ਲਾਇਆ, ਮੁਬਾਰਕ ਹੈ। ਪਰ ਖਾਲਸੇ ਵਾਲੀ ਕਮਾਈ ਵੀ ਕਰਨਾ ਕਰੋ। ਖਾਲਸੇ ਦਾ ਮਤਲਬ ਕੀ ਹੈ? ਖਾਲਸੇ ਦਾ ਮਤਲਬ ਬਿਲਕੁਲ ਸ਼ੁੱਧ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਮਿਲਾਵਟ ਨਾ ਹੋਵੇ। ਤੇ ਖਾਲਸਾ ਕੀ ਹੈ? ਜਿਹੜਾ ਇੱਕ ਅਕਾਲ ਪੁਰਖ ਦੀ ਉਪਾਸਨਾ ਕਰਨ ਵਾਲਾ। ਜਿਵੇਂ ਆਪਾਂ ਕਹਿ ਦਈਏ, ਜਿਵੇਂ ਡੈਰੀਆਂ ਉੱਤੇ ਲਿਖਿਆ ਹੁੰਦਾ ਸ਼ੁੱਧ ਦੇਸੀ ਘੀ, ਭਾਵੇਂ ਇਹਦੇ 'ਚ ਕੋਈ ਮਿਲਾਵਟ ਨਹੀਂ। ਤੇ ਖਾਲਸੇ ਵਿੱਚ ਵੀ ਕੋਈ ਮਿਲਾਵਟ ਨਹੀਂ ਹੋਣੀ ਚਾਹੀਦੀ। ਗੁਰੂ ਸਵਾਰੇ ਆਪਣੇ ਨਾਮ ਨਾਲ ਖਾਲਸਾ ਰਖਾਇਆ ਹੋਵੇ, ਪਰ ਗੁਰੂ ਸਵਾਰੇ ਕਦੇ ਨਿਤਨੇਮ ਨਾ ਕੀ, ਜਪਜੀ ਸਾਹਿਬ ਦਾ ਪਾਠ ਨਾ ਕੀਤਾ, ਫਿਰ ਕਾਹਦਾ ਖਾਲਸਾ ਹੋ ਗਿਆ? ਨਾਮ ਨਾਲ ਖਾਲਸਾ ਲਵਾਇਆ ਹੋਵੇ। ਤੇ ਸਤਿਗੁਰੂ ਕਹਿੰਦੇ ਨੇ ਇਹ ਵਿਪਰਾਂ ਵਾਲੀ ਰੀਤੀ ਨਹੀਂ ਕਰਨੀ ਹੈ। ਤੇ ਵਿਪਰਾਂ ਵਾਲੀਆਂ ਸਾਰੀਆਂ ਰੀਤੀਆਂ ਕਰੀ ਜਾ ਰਹੇ ਆ, ਫਿਰ ਕਾਹਦੇ ਖਾਲਸੇ? ਖਾਲਸਾ ਉਹ ਜਿਹੜਾ ਗੁਰੂ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੈ, ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਸੇ ਅੱਗੇ ਆਪਣਾ ਸੀਸ ਨਹੀਂ ਝੁਕਾਉਂਦਾ। ਅਸਲ ਵਿੱਚ ਉਹ ਖਾਲਸਾ, ਉਹ ਫਿਰ ਸਤਿਗੁਰ ਦੇ ਦਰ 'ਤੇ ਪ੍ਰਵਾਨ ਹੈ। ਤੇ ਇਸ ਤਰ੍ਹਾਂ ਦਾ ਖਾਲਸਾ ਸਤਿਗੁਰ ਦਰ 'ਤੇ ਪ੍ਰਵਾਨ, ਸਤਿਗੁਰ ਉਹਨੂੰ ਫਿਰ ਅਭੈ ਪਦ ਪ੍ਰਾਪਤ ਹੁੰਦਾ। ਤੇ ਜਿਹੜੇ ਇਸ ਤਰ੍ਹਾਂ ਸਤਿਗੁਰੂ ਬਚਨ ਕਰਦੇ ਨੇ, ਫਿਰ ਇੱਕ ਪਾਤਸ਼ਾਹ ਕਹਿੰਦੇ ਨੇ ਭਾਈ ਨਾਨਕ ਬਿਰਧ ਰਾਮ ਕਾ ਦੇਖੋ। ਉਸ ਸਰਮੰਤੀ ਰਾਮ ਦਾ ਕਹਿੰਦੇ ਇਹ ਬਿਰਧ ਦੇਖਣਾ ਕਰੋ, ਸੁਭਾਅ ਦੇਖਣਾ ਕਰੋ। ਅਭੈ ਦਾਨ, ਤੇ ਜਿਹਨੇ ਵੀ ਕੱਜ ਹਾਥੀ ਨੂੰ ਅਭੈ ਦਾਨ ਦੇਣਾ ਕੀਤਾ, ਇਸੇ ਤਰ੍ਹਾਂ ਇਹ ਜੀਵ ਜਿਹੜੇ ਉਸ ਮਾਲਕ ਵਾਹਿਗੁਰੂ ਨੂੰ ਯਾਦ ਕਰਦੇ ਨੇ, ਉਹਦਾ ਸਿਮਰਨ ਕਰਦੇ ਹਨ, ਉਹਨਾਂ ਨੂੰ ਅਭੈ ਪਦਵੀ ਸਤਿਗੁਰੂ ਜੀ ਦੇ ਦਿੰਦੇ ਨੇ। ਆਪਣੇ ਦਰੋਂ ਸਤਿਗੁਰੂ ਇਹ ਬਖਸ਼ਾਂ ਕਰਦੇ ਹਨ। ਇਹ ਗੁਰੂ ਸਵਾਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਅੱਜ ਦੇ ਪਾਵਨ ਸ਼ਬਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ